Psalm 90, 90 ਜ਼ਬੂਰ 17th verse. ਉਸ ਦੀ 17 ਆਇਤ। Let the beauty of the Lord our God be upon us, ਪ੍ਰਭੂ ਸਾਡੇ ਪਰਮੇਸ਼ਵਰ ਦੀ ਪ੍ਰਸੰਨਤਾ ਸਾਡੇ ਉੱਤੇ and ਹੋਵੇ। establish thou the work of our hands upon us. ਸਾਡੇ ਹੱਥਾਂ ਦੇ ਕੰਮ ਸਾਡੇ ਲਈ ਕਾਇਮ ਕਰ। Yea, the work of our hands establish thou it. ਹਾਂ, ਸਾਡੇ ਹੱਥਾਂ ਦੇ ਕੰਮ ਕਾਇਮ ਕਰ। You know, my dear friends, I am filled with wonder. ਮੇਰੇ ਮਿੱਤਰੋ, ਮੈਂ ਅਚੰਭੇ ਦੇ ਨਾਲ ਭਰਿਆ ਹੋਇਆ ਹਾਂ। When this fellowship began 72 years ago, ਜਦੋਂ ਇਸ ਸੰਗਤੀ ਦੀ ਸ਼ੁਰੂਆਤ ਹੋਈ ਸੀ 72 ਸਾਲ ਪਹਿਲੇ, I was a small boy. I did not understand. ਉਸ ਸਮੇਂ ਮੈਂ ਛੋਟਾ ਮੁੰਡਾ ਸੀ ਅਤੇ ਮੈਨੂੰ ਕੁਝ ਵੀ ਸਮਝ ਨਹੀਂ ਸੀ। I didn't know why my father had left us. ਮੈਨੂੰ ਨਹੀਂ ਸੀ ਪਤਾ ਕਿ ਕਿਉਂ ਮੇਰੇ ਪਿਤਾ ਜੀ ਛੱਡ ਕੇ ਆਏ। And on this day, ਅਤੇ ਅੱਜ ਦੇ ਦਿਨ 1935, 1935 ਦੇ ਵਿੱਚ he knelt down in a small house ਉਹਨਾਂ ਨੇ ਇੱਕ ਛੋਟੇ ਜਿਹੇ ਘਰ ਵਿੱਚ ਆਪਣੇ ਗੋਡੇ in ਨਿਵਾਏ, Tana Street. ਤਾਨਾ ਸਟਰੀਟ ਦੇ ਵਿੱਚ। I can't understand his sacrifice. ਮੈਂ ਉਸ ਦੇ ਬਲੀਦਾਨ ਨੂੰ ਸਮਝ ਨਹੀਂ ਸਕਿਆ। The fourth, the baby was expected, ਉਸ ਸਮੇਂ ਚੌਥੇ ਬੱਚੇ ਦੀ ਆਸ ਰੱਖੀ ਜਾ ਰਹੀ ਸੀ and that was Francis. ਅਤੇ ਉਹ ਫ੍ਰਾਂਸਿਸ ਸੀ। And here was my father ਅਤੇ ਇੱਥੇ ਮੇਰੇ ਪਿਤਾ ਜੀ ਸਨ। leaving a very comfortable place, ਉਹ ਇੱਕ ਬਹੁਤ ਹੀ ਆਰਾਮਦਾਇਕ ਸਥਾਨ ਨੂੰ ਛੱਡ ਕੇ ਜਾ ਰਹੇ ਸਨ, obeying the call of God. ਪਰਮੇਸ਼ਵਰ ਦੀ ਬੁਲਾਹਟ ਦੇ ਲਈ ਆਗਿਆਕਾਰੀ ਕਰ ਰਹੇ ਸਨ। Did anybody assure him of a salary? ਕੀ ਕਿਸੇ ਨੇ ਉਹਨਾਂ ਨੂੰ ਤਨਖਾਹ ਦਾ ਭਰੋਸਾ ਦਿੱਤਾ ਸੀ? No. ਨਹੀਂ। Did he have any rich friends? ਕੀ ਉਸ ਦਾ ਕੋਈ ਅਮੀਰ ਦੋਸਤ ਸੀ? No. ਨਹੀਂ। But he could trust the living God. ਪਰ ਉਹ ਜਿਉਂਦੇ ਪਰਮੇਸ਼ਵਰ ਤੇ ਭਰੋਸਾ ਕਰ ਸਕਦਾ ਸੀ। And the consequence, ਅਤੇ ਨਤੀਜਾ ਕੀ ਹੋਇਆ? some of us have enjoyed during these many years. ਸਾਡੇ ਵਿੱਚੋਂ ਕਈਆਂ ਨੇ ਇਸ ਬਹੁਤ ਸਾਰੇ ਸਾਲਾਂ ਦਾ ਆਨੰਦ ਮਾਣਿਆ ਹੈ। It's the faith of in this fellowship that has kept me alive. ਇਸ ਸੰਗਤੀ ਦੇ ਵਿੱਚ ਇਸ ਵਿਸ਼ਵਾਸ ਨੇ ਹੀ ਮੈਨੂੰ ਜਿਉਂਦਾ ਰੱਖਿਆ ਹੈ। And it's the prayer in this fellowship that has helped me to keep going and going from place to place. ਇਸ ਸੰਗਤੀ ਦੇ ਵਿੱਚ ਇਸ ਪ੍ਰਾਰਥਨਾ ਨੇ ਹੀ ਮੈਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਣ ਵਾਲਾ ਬਣਾਇਆ ਹੈ। And what a rich heritage we enjoy. ਅਤੇ ਕਿੰਨੀ ਅਮੀਰ ਵਿਰਾਸਤ ਸਾਨੂੰ ਮਿਲੀ ਹੋਈ ਹੈ। And so the Bible says, ਇਸ ਤਰ੍ਹਾਂ ਬਾਈਬਲ ਆਖਦੀ ਹੈ, establish ਕਾਇਮ ਕਰ the work of our hands. ਸਾਡੇ ਹੱਥਾਂ ਦੇ ਕੰਮ ਨੂੰ। You know, my dear friends, there's nothing really established. ਮੇਰੇ ਪਿਆਰੇ ਮਿੱਤਰੋ, ਇੱਥੇ ਅਸਲ ਵਿੱਚ ਕੁਝ ਕਾਇਮ ਨਹੀਂ ਹੈ। They had, in the last war, ਪਿਛਲੇ ਯੁੱਧ ਦੇ ਵਿੱਚ carpet bombing. ਕਾਰਪੇਟ ਬੰਬਿੰਗ ਇੱਥੇ ਸੀ। Thousands of bombers ਹਜ਼ਾਰਾਂ ਬੰਬਰ ਜਿਹੜੇ ਸਨ going over a city, ਉਹ ਇੱਕ ਸ਼ਹਿਰ ਦੇ ਵਿੱਚ ਜਾ ਰਹੇ ਸਨ। carpet bombing, 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 with no regard for what is below. ਭਾਵੇਂ ਹੇਠਾਂ ਕੁਝ ਵੀ ਕਿਉਂ ਨਾ ਹੋਵੇ, ਉਹ ਬੰਬ ਹੀ ਸੁੱਟਦੇ ਜਾ ਰਹੇ ਸਨ। Whole cities destroyed. ਪੂਰਾ ਸ਼ਹਿਰ ਨਾਸ਼ ਹੋ ਗਿਆ ਸੀ। Everyone there burnt. ਹਰ ਕੋਈ ਉੱਥੇ ਸੜ ਗਿਆ। My dear friends, ਮੇਰੇ ਪਿਆਰੇ ਮਿੱਤਰੋ, we are talking about establish thou the works of our hands. ਅਸੀਂ ਸਾਡੇ ਹੱਥਾਂ ਦੇ ਕੰਮ ਕਾਇਮ ਕਰਨ ਬਾਰੇ ਗੱਲ ਕਰ ਰਹੇ ਹਾਂ। You know, in the Indian psyche, in the Indian character and mind, ਵੇਖੋ, ਭਾਰਤੀ ਚਰਿੱਤਰ ਦੇ ਅਨੁਸਾਰ ਇੱਥੇ
You will see this everywhere. ਤੁਸੀਂ ਇਸ ਨੂੰ ਹਰ ਜਗ੍ਹਾ ਵੇਖੋਗੇ। Go to a village, you'll find it there. ਇੱਕ ਪਿੰਡ ਵਿੱਚ ਜਾਓ ਤਾਂ ਤੁਸੀਂ ਉੱਥੇ Go, ਵੇਖੋਗੇ। go to the highest circles, you'll find it there. ਉੱਚੇ ਘੇਰੇ ਵਿੱਚ ਜਾਓ ਤਾਂ ਤੁਸੀਂ ਉੱਥੇ ਇਸ ਨੂੰ ਵੇਖੋਗੇ। What is it? ਇਹ ਕੀ ਹੈ? Nobody likes to see the other fellow getting established. ਕੋਈ ਵੀ ਦੂਜੇ ਵਿਅਕਤੀ ਨੂੰ ਕਾਇਮ ਹੁੰਦੇ ਹੋਏ ਵੇਖਣਾ ਨਹੀਂ ਚਾਹੁੰਦਾ ਹੈ। Oh, he is getting promotion. ਉਹ ਉਸ ਦੀ ਤਾਂ ਤਰੱਕੀ ਹੋ ਗਈ। Oh, he is going to buy some property. ਉਹ ਕੁਝ ਜਾਇਦਾਦ ਖਰੀਦਣ ਜਾ ਰਿਹਾ ਹੈ। How can I put a spoke in his wheel? ਕਿਵੇਂ ਮੈਂ ਉਸ ਦੇ ਪਹੀਏ ਨੂੰ ਇੱਥੇ ਰੋਕ ਸਕਦਾ ਹਾਂ? What kind of mind? I don't know. ਕਿਹੋ ਜਿਹਾ ਮਨ ਹੈ ਮੈਨੂੰ ਨਹੀਂ ਇਸ ਬਾਰੇ ਪਤਾ ਹੈ। I have seen it all through my life. ਮੈਂ ਆਪਣੇ ਪੂਰੇ ਜੀਵਨ ਪਰ ਅਜਿਹੀਆਂ ਗੱਲਾਂ ਨੂੰ ਵੇਖਿਆ ਹੈ। A crooked, ਇੱਕ ਭ੍ਰਿਸ਼ਟ, devil inspired ਸ਼ੈਤਾਨ ਦੇ ਦੁਆਰਾ ਪ੍ਰੇਰਿਤ mind. ਮਨ। You know, my friends, ਮੇਰੇ ਪਿਆਰੇ ਮਿੱਤਰੋ, God will establish his righteousness in you and me. ਪਰਮੇਸ਼ਵਰ ਤੁਹਾਡੇ ਅਤੇ ਮੇਰੇ ਵਿੱਚ ਆਪਣੀ ਧਾਰਮਿਕਤਾ ਨੂੰ ਕਾਇਮ ਕਰੇਗਾ। Now that is most extraordinary. ਇਹ ਸਭ ਤੋਂ ਵਿਲੱਖਣ ਗੱਲ ਹੈ। If you turn to Matthew, ਜੇਕਰ ਤੁਸੀਂ ਵੇਖੋ ਮੱਤੀ ਦੀ ਅੰਜੀਲ 6th chapter, ਉਸ ਦਾ 6 ਅਧਿਆਇ। actually I wanted to begin here. ਅਸਲ ਦੇ ਵਿੱਚ ਮੈਂ ਇੱਥੋਂ ਸ਼ੁਰੂ ਕਰਨਾ ਚਾਹੁੰਦਾ ਸੀ। Matthew 6th chapter ਮੱਤੀ ਦੀ ਅੰਜੀਲ ਉਸ ਦਾ 6 ਅਧਿਆਇ and verse 28. 6 ਦੀ 28 ਆਇਤ। And why take you thought for raiment? ਅਤੇ ਬਸਤਰ ਲਈ ਕਾਹਨੂੰ ਚਿੰਤਾ ਕਰਦੇ ਹੋ? Consider the lilies of the field, ਜੰਗਲੀ ਸੋਸਨਾ ਨੂੰ ਵੇਖੋ how they grow. ਜੋ ਕਿਕਰ ਵਧਦੇ ਹਨ। They toil not, neither do they spin. ਉਹ ਨਾ ਮਿਹਨਤ ਕਰਦੇ ਨਾ ਕੱਤਦੇ ਹਨ। Yet I say to you ਪਰ ਮੈਂ ਤੁਹਾਨੂੰ ਕਹਿੰਦਾ ਹਾਂ that even Solomon in all his glory was not arrayed like one of these. ਭਈ ਸੁਲੇਮਾਨ ਵੀ ਆਪਣੀ ਸਾਰੀ ਪੜਕ ਵਿੱਚ ਇਹਨਾਂ ਵਿੱਚੋਂ ਇੱਕੋ ਜਿਹਾ ਪਹਿਨਿਆ ਹੋਇਆ ਨਾ ਸੀ। You know, somebody tried to estimate the money, the gold that was put into Solomon's temple, the first temple. ਕੋਈ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸੁਲੇਮਾਨ ਦੀ ਹੈਕਲ ਦੇ ਵਿੱਚ ਜਿਹੜਾ ਸੋਨਾ ਪਾਇਆ ਗਿਆ ਸੀ ਉਹ ਕਿੰਨਾ ਸੀ। It came to a fabulous sum. ਇਹ ਤਾਂ ਇੱਕ ਬਹੁਤ ਵੱਡੀ ਰਕਮ ਬਣ ਗਈ। And really, at that time, he was practically the wealthiest. ਅਸਲ ਦੇ ਵਿੱਚ ਉਸ ਸਮੇਂ ਸਭ ਤੋਂ ਧਨੀ ਵਿਅਕਤੀ ਸੀ। But ਪਰ the Lord Jesus said, ਪ੍ਰਭੂ ਯਿਸੂ ਨੇ ਆਖਿਆ look at the lilies. ਜੰਗਲੀ ਸੋਸਨਾ ਨੂੰ ਵੇਖੋ। You know, my dear friends, ਮੇਰੇ ਪਿਆਰੇ ਮਿੱਤਰੋ, is this artificial flowers? They look like artificial flowers. ਇਹ ਨਕਲੀ ਫੁੱਲ ਹਨ। You know, ਵੇਖੋ even in the room where I work ਵੇਖੋ ਕਮਰਾ ਜਿੱਥੇ ਮੈਂ ਕੰਮ ਕਰਦਾ ਹਾਂ and pray, ਅਤੇ ਪ੍ਰਾਰਥਨਾ ਕਰਦਾ ਹਾਂ, oh, I see flowers. ਮੈਂ ਉੱਥੇ ਫੁੱਲ ਵੇਖਦਾ ਹਾਂ। Natural flowers out of a natural plant. Indoor flowers. ਔਰ ਕੁਦਰਤੀ ਪੌਦੇ ਨੂੰ ਕੁਦਰਤੀ ਫੁੱਲ ਲੱਗੇ ਹੋਏ ਹੋਣ। Of course, we are not very diligent to do such things here. ਵੇਖੋ ਇੱਥੇ ਅਜਿਹਾ ਕਰਨ ਦੇ ਲਈ ਅਸੀਂ ਇੰਨੇ ਮਿਹਨਤੀ ਨਹੀਂ ਹਾਂ। But ਪਰ when I look at the various lilies and their shades and colors and the beautiful stripes, ਜਦੋਂ ਮੈਂ ਸੋਹਣੇ ਸੋਹਣੇ ਫੁੱਲ, ਉਹਨਾਂ ਦੇ ਰੰਗਾਂ ਨੂੰ, ਉਹਨਾਂ ਦੀਆਂ ਧਾਰੀਆਂ ਨੂੰ ਵੇਖਦਾ ਹਾਂ, I stop and take a good look. ਮੈਂ ਰੁਕ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਵੇਖਦਾ I ਹਾਂ। really enjoy them. ਮੈਂ ਉਹਨਾਂ ਨੂੰ ਵੇਖ ਕੇ ਖੁਸ਼ ਹੁੰਦਾ ਹਾਂ। And Jesus says ਅਤੇ ਪ੍ਰਭੂ ਯਿਸੂ ਨੇ ਆਖਿਆ that Solomon, with all his regal clothing, was not to be compared. ਔਰ ਸੁਲੇਮਾਨ ਵੀ ਆਪਣੀ ਸਾਰੀ ਪੜਕ ਵਿੱਚ ਇਹਨਾਂ ਵਿੱਚੋਂ ਇੱਕੋ ਜਿਹਾ ਪਹਿਨਿਆ ਹੋਇਆ ਨਹੀਂ ਸੀ। Solomon in all his glory ਸੁਲੇਮਾਨ ਆਪਣੀ ਸਾਰੀ ਮਹਿਮਾ ਦੇ ਵਿੱਚ ਵੀ was not arrayed like one of these. ਉਹ ਇਹਨਾਂ ਦੇ ਵਿੱਚੋਂ ਇੱਕ ਵਰਗਾ ਵੀ ਨਹੀਂ ਸੀ। See, that is the beauty of the divine architect. ਵੇਖੋ ਈਸ਼ਵਰੀय ਸਿਰਜਣਹਾਰ ਦੀ ਇਹ ਸੁੰਦਰਤਾ ਹੁੰਦੀ ਹੈ।
and he works on you. ਅਤੇ ਉਹ ਤੁਹਾਡੇ ਉੱਤੇ ਕੰਮ ਕਰਦਾ ਹੈ। Don't tell me my skin is brown, skin is black. ਮੈਨੂੰ ਇਹ ਨਾ ਕਹੋ ਕਿ ਮੇਰੀ ਚਮੜੀ ਤਾਂ ਗੋਰੀ ਹੈ ਜਾਂ ਕਾਲੀ ਹੈ। Say I become an old man ਮੈਂ ਤਾਂ ਬਜ਼ੁਰਗ ਮਨੁੱਖ ਹੋ ਗਿਆ ਹਾਂ। and wrinkles are coming, ਵੇਖੋ ਚੁਰੜੀਆਂ ਪੈ ਰਹੀਆਂ ਹਨ, teeth are falling. ਦੰਦ ਵੀ ਟੁੱਟ ਰਹੇ ਹਨ। No, my friend. ਨਹੀਂ ਮੇਰੇ The ਮਿੱਤਰ, architect, the heavenly architect is still working on you ਸਵਰਗੀ ਸਿਰਜਣਹਾਰ ਅਜੇ ਵੀ ਤੁਹਾਡੇ ਤੇ ਕੰਮ ਕਰ ਰਿਹਾ ਹੈ to make you more beautiful ਤਾਂ ਕਿ ਤੁਹਾਨੂੰ ਹੋਰ ਜ਼ਿਆਦਾ ਸੋਹਣਾ ਬਣਾਵੇ। than any clothier can make you in this world. ਇਸ ਸੰਸਾਰ ਦੇ ਵਿੱਚ ਕੋਈ ਵੀ ਜਿਹੜਾ ਤੁਹਾਨੂੰ ਕੱਪੜੇ ਪਹਿਨਾ ਕੇ ਸੋਹਣਾ ਬਣਾ ਸਕਦਾ ਹੈ ਉਸ ਤੋਂ ਵੀ ਵੱਧ No beautician can make you more beautiful. ਕੋਈ ਵੀ ਤੁਹਾਨੂੰ ਸੁਹੱਪਣ ਹੋਰ ਜ਼ਿਆਦਾ ਸੋਹਣਾ ਨਹੀਂ ਬਣਾ ਸਕਦਾ ਹੈ। Now we have gone on to the next stage. ਅਸੀਂ ਅਗਲੇ ਸਟੇਜ ਵੱਲ ਆ ਗਏ ਹਾਂ। Establish. ਕਾਇਮ ਕਰ। You know, is such power, such love, ਵੇਖੋ ਇੰਨਾ ਪਿਆਰ ਅਤੇ ਇੰਨੀ ਸ਼ਕਤੀ, is it going to continue? ਕੀ ਇਹ ਕਾਇਮ ਰਹੇਗੀ? Is it going to be established? ਕੀ ਇਹ ਕਾਇਮ ਰਹੇਗੀ? If you turn to the 9th chapter of Isaiah, ਜੇਕਰ ਤੁਸੀਂ ਯਸ਼ਾਇਆ ਉਸ ਦਾ 9 ਅਧਿਆਇ ਵੇਖੋ what do you see in the 7th verse? ਤਾਂ ਉਸ ਦੀ 7 ਆਇਤ ਦੇ ਵਿੱਚ ਤੁਸੀਂ ਕੀ ਵੇਖਦੇ ਹੋ? The book of Isaiah, if you don't have a Bible, please buy one. ਜੇਕਰ ਤੁਹਾਡੇ ਕੋਲ ਬਾਈਬਲ ਨਹੀਂ ਹੈ ਤਾਂ ਕਿਰਪਾ ਕਰਕੇ ਇੱਕ ਜ਼ਰੂਰ ਖਰੀਦੋ। Here, Isaiah writing 700 years before Christ was born, ਇੱਥੇ ਮਸੀਹ ਦੇ ਪੈਦਾ ਹੋਣ ਤੋਂ 700 ਸਾਲ ਪਹਿਲਾਂ ਯਸ਼ਾਇਆ ਲਿਖ ਰਿਹਾ ਸੀ। 7th verse, ਉਸ ਦੀ 7 ਆਇਤ, of the increase of his government ਉਸ ਦੇ ਰਾਜ ਦੀ ਤਰੱਕੀ and peace, ਅਤੇ ਸਲਾਮਤੀ ਦੀ there shall be no end. ਕੋਈ ਹੱਦ ਨਾ ਹੋਵੇਗੀ। That's it. There shall be no end. ਉੱਥੇ ਹੱਦ ਨਹੀਂ ਹੋਵੇਗੀ। There will be an end to the Indian Republic. ਇੱਥੇ ਭਾਰਤੀ ਰਾਜ ਦੀ ਇੱਕ ਹੱਦ ਹੋ I ਸਕਦੀ ਹੈ। don't know when, ਮੈਨੂੰ ਨਹੀਂ ਪਤਾ ਕਦੋਂ, but ਪਰ history shows ਇਤਿਹਾਸ ਵਿਖਾਉਂਦਾ ਹੈ that nations rise and nations die. ਕਿ ਦੇਸ਼ ਉੱਠਦੇ ਹਨ ਅਤੇ ਦੇਸ਼ ਖਤਮ ਹੋ ਜਾਂਦੇ ਹਨ। Empires rise and empires vanish. ਪਾਤਸ਼ਾਹੀਆਂ ਆਉਂਦੀਆਂ ਹਨ ਅਤੇ ਪਾਤਸ਼ਾਹੀਆਂ ਚਲੀਆਂ ਜਾਂਦੀਆਂ ਹਨ। So, ਇਸ ਲਈ there is one kingdom ਇੱਥੇ ਇੱਕ ਰਾਜ ਹੈ which will never end. ਜਿਸ ਦੀ ਕੋਈ ਹੱਦ ਨਹੀਂ ਹੋਵੇਗੀ। Oh, that's so the kingdom of which we are talking, ਜਿਹੜੀ ਸਰਕਾਰ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ there is an eternal kingdom. ਉਹ ਇੱਕ ਸਦੀਪਕ ਸਰਕਾਰ ਹੈ And it is thus referred to. ਅਤੇ ਇਸ ਦਾ ਹਵਾਲਾ ਦਿੱਤਾ ਗਿਆ ਹੈ। Of the increase of his government and peace there shall be no end. ਉਸ ਦੇ ਰਾਜ ਦੀ ਤਰੱਕੀ ਅਤੇ ਸਲਾਮਤੀ ਦੀ ਕੋਈ ਹੱਦ ਨਹੀਂ ਹੋਵੇਗੀ। Upon the throne of David and upon his kingdom to order it ਦਾਊਦ ਦੀ ਰਾਜਗੱਦੀ ਉੱਤੇ ਅਤੇ ਉਹਦੀ ਪਾਤਸ਼ਾਹੀ ਉੱਤੇ and to establish it with judgment and justice. ਭਈ ਉਹ ਉਸ ਨੂੰ ਕਾਇਮ ਕਰੇ ਅਤੇ ਨਿਆਂ ਤੇ ਧਰਮ ਨਾਲ Even forever. ਹੁਣ ਤੋਂ ਜੁਗੋ ਜੁਗ ਸੰਭਾਲੇ। The zeal of the Lord of God of hosts will do this. ਸੈਨਾ ਦੇ ਯਹੋਵਾ ਦੀ ਅਣਖ ਹੀ ਕਰੇਗੀ। What kind of kingdom? ਕਿਸ ਕਿਸਮ ਦਾ ਰਾਜ ਹੈ? Judgment and justice. ਨਿਆਂ ਅਤੇ ਧਰਮ ਦਾ। My dear friends, we can weep for what is taking place in what are called the places of judgment and justice. ਮੇਰੇ ਪਿਆਰੇ ਮਿੱਤਰੋ, ਜੋ ਨਿਆਂ ਦੇ ਵਿੱਚ ਹੋ ਰਿਹਾ ਹੈ ਉਸ ਦੇ ਉੱਪਰ ਅਸੀਂ ਰੋ ਸਕਦੇ ਹਾਂ, ਜੋ ਅਦਾਲਤਾਂ ਦੇ ਵਿੱਚ ਹੋ ਰਿਹਾ ਹੈ। Money is ruling there, ਪੈਸਾ ਉੱਥੇ ਰਾਜ ਕਰ ਰਿਹਾ ਹੈ, not justice. ਨਿਆਂ ਨਹੀਂ। The history of India bears record to this. ਭਾਰਤ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ। What a history ਔਰ ਇਹ ਕਿਹੋ ਜਿਹਾ ਇਤਿਹਾਸ ਹੈ? of oppression, ਔਰ ਇਹ ਅਤਿਆਚਾਰ ਦਾ ਇਤਿਹਾਸ of ਹੈ, greed. ਲਾਲਚ ਦਾ ਇਤਿਹਾਸ ਹੈ। My dear friends, ਮੇਰੇ ਪਿਆਰੇ ਮਿੱਤਰੋ, in 1838, 1838 ਦੇ ਵਿੱਚ the island of Jamaica, which was full of slaves,
slavery, you know. ਜਮੈਕਾ ਦਾ ਟਾਪੂ ਜਿੱਥੇ ਕਿ ਗੁਲਾਮੀ ਭਰਪੂਰ ਸੀ। It was ceded to the British by the Spaniards, Spain, in 1670. ਅਤੇ ਇਸ ਸਮੇਂ ਇਹ 1617 ਦੀ ਗੱਲ ਹੈ ਜਦੋਂ ਕਿ ਇੱਥੇ ਬਹੁਤ ਸਾਰੇ ਗੁਲਾਮ ਸਨ। But, ਪਰ you know, it was full of slaves. ਇੱਥੇ ਬਹੁਤ ਸਾਰੇ ਗੁਲਾਮ ਸਨ। And when people heard of this in England, ਜਦੋਂ ਇੰਗਲੈਂਡ ਦੇ ਵਿੱਚ ਲੋਕਾਂ ਨੇ ਇਸ ਬਾਰੇ ਸੁਣਿਆ, oh, the conscience of England had been stirred already by slavery. ਤਾਂ ਫਿਰ ਗੁਲਾਮੀ ਦੇ ਕਾਰਨ ਇਹ ਉਹਨਾਂ ਦਾ ਜ਼ਮੀਰ ਪਹਿਲਾਂ ਹੀ ਜਾਗ ਚੁੱਕਿਆ ਸੀ। And one of those converted men in Parliament, William Wilberforce, ਇੱਥੇ ਇੱਕ ਵਿਅਕਤੀ ਸੀ ਜਿਸ ਦਾ ਨਾਮ ਵਿਲੀਅਮ ਵਿਲਬਰਫੋਰਸ ਸੀ ਇੰਗਲੈਂਡ ਦੇ ਵਿੱਚ। all through his life he labored to bring the emancipation of the slaves. ਆਪਣੇ ਪੂਰਾ ਜੀਵਨ ਪਰ ਉਸਨੇ ਇਹ ਗੁਲਾਮੀ ਖਤਮ ਕਰਨ ਦੇ ਲਈ ਕੰਮ ਕੀਤਾ। He was almost on his deathbed towards the end of his life. ਆਪਣੇ ਜੀਵਨ ਦੇ ਵਿੱਚ ਉਹ ਜਦੋਂ ਮੌਤ ਦੇ ਕਿਨਾਰੇ ਤੇ ਸੀ। Listen, my dear friend, ਮੇਰੇ ਪਿਆਰੇ ਮਿੱਤਰੋ ਸੁਣੋ, on that night of July 31st, ਜੁਲਾਈ 31 ਦੀ ਗੱਲ ਹੈ, ਉਸ ਰਾਤ ਨੂੰ all the slaves in that island gathered. ਸਾਰੇ ਗੁਲਾਮ ਉਸ ਟਾਪੂ ਤੇ ਇਕੱਠੇ ਹੋਏ। At the midnight hour, ਅੱਧੀ ਰਾਤ ਦੇ ਵੇਲੇ slavery was going to be abolished. ਗੁਲਾਮੀ ਖਤਮ ਹੋਣ ਵਾਲੀ ਸੀ। So these slaves, ਇਸ ਤਰ੍ਹਾਂ ਇਹ ਗੁਲਾਮ, they made a big coffin. ਉਹਨਾਂ ਨੇ ਇੱਕ ਬਹੁਤ ਵੱਡਾ ਤਾਬੂਤ ਬਣਾਇਆ। And what did they do? ਅਤੇ ਉਹਨਾਂ ਨੇ ਕੀ ਕੀਤਾ? All the torture instruments, shackles, ਸਾਰੇ ਸਤਾਉਣ ਵਾਲੇ ਹਥਿਆਰ whips, ਔਰ ਸਾਰੇ ਕੋੜੇ with which their backs were torn, ਜਿਸ ਦੇ ਨਾਲ ਉਹਨਾਂ ਦੀ ਪਿੱਠ ਛਿੱਲੀ ਜਾਂਦੀ ਸੀ, and all the instruments of torture were put into that coffin. ਅਤੇ ਸਾਰੇ ਸਤਾਉਣ ਵਾਲੇ ਯੰਤਰ ਜਾਂ ਹਥਿਆਰ ਜਿੰਨੇ ਵੀ ਸਨ ਉਹ ਸਾਰੇ ਉਸ ਤਾਬੂਤ ਦੇ ਵਿੱਚ ਰੱਖ ਦਿੱਤੇ And ਗਏ। they dug a big hole like a grave, ਅਤੇ ਉਹਨਾਂ ਨੇ ਇੱਕ ਬਹੁਤ ਵੱਡੀ ਕਬਰ ਪੁੱਟੀ, ਇੱਕ ਟੋਇਆ ਪੁੱਟਿਆ and they buried this. ਅਤੇ ਉਸ ਨੂੰ ਉੱਥੇ ਦਫਨਾ ਦਿੱਤਾ। And all of them were on their knees. ਅਤੇ ਉਹ ਸਾਰੇ ਹੀ ਆਪਣੇ ਗੋਡਿਆਂ ਦੇ ਭਾਰ ਆ ਗਏ। And when the clock began to strike, ਅਤੇ ਜਦੋਂ ਘੰਟੀ ਵੱਜਣ ਲੱਗੀ, one of these godly missionaries from England, ਇਹ ਇੰਗਲੈਂਡ ਤੋਂ ਇੱਕ ਧਰਮੀ ਮਿਸ਼ਨਰੀ ਜਿਹੜਾ ਸੀ, he said, ਉਸਨੇ ਆਖਿਆ, the monster is dying. ਦਾਨਵ ਮਰ ਰਿਹਾ ਹੈ, The monster is dying. ਦਾਨਵ ਮਰ ਰਿਹਾ ਹੈ। And when the final stroke of the clock struck 12, ਜਦੋਂ ਘੜੀ ਦੀ ਸੂਈ ਤੇ 12 ਵਜੇ, the monster is dead. ਦਾਨਵ ਮਰ ਗਿਆ। My dear friends, ਮੇਰੇ ਪਿਆਰੇ ਮਿੱਤਰੋ, the slaves were free. ਗੁਲਾਮ ਆਜ਼ਾਦ ਹੋ ਗਏ। Will that clock ever strike for India? ਕੀ ਉਹ ਘੜੀ ਤੇ ਉਹ ਘੰਟੀ ਭਾਰਤ ਦੇ ਲਈ ਵੀ ਵੱਜੇਗੀ? They're talking about dealing with untouchability. ਉਹ ਅਸ਼ੁੱਧਤਾ ਨਾਲ ਕੋਈ ਵਿਹਾਰ ਨਾ ਰੱਖਣ ਦੇ ਬਾਰੇ ਗੱਲ ਕਰ ਰਹੇ ਹਨ। Still, ਅਜੇ ਵੀ will that clock never strike for India? ਕੀ ਉਹ ਘੜੀ ਭਾਰਤ ਦੇ ਵਿੱਚ ਕਦੇ ਵੀ ਨਹੀਂ ਵੱਜੇਗੀ? No. ਨਹੀਂ, I am afraid. ਮੈਨੂੰ ਡਰ ਲੱਗਦਾ ਹੈ। Not until this slavery under idols, ਜਦ ਤੱਕ ਇਹ ਬੁੱਤ ਪੂਜਾ ਦੀ ਗੁਲਾਮੀ ਖਤਮ ਨਹੀਂ ਹੁੰਦੀ, slavery under caste, ਇਹ ਜਾਤੀ ਦੀ ਗੁਲਾਮੀ ਖਤਮ ਨਹੀਂ ਹੁੰਦੀ, slavery under sin, ਇਹ ਪਾਪ ਦੀ ਗੁਲਾਮੀ ਖਤਮ ਨਹੀਂ ਹੁੰਦੀ, not until it is taken away, abolished. ਤਦ ਤੱਕ ਇਹ ਨਹੀਂ ਹੋਵੇਗੀ ਜਦ ਤੱਕ ਇਹ ਖਤਮ ਨਹੀਂ ਹੋ ਜਾਂਦੀ। Who can do it? ਕੌਣ ਇਸ ਨੂੰ ਕਰ ਸਕਦਾ ਹੈ? Only the Lord Jesus. ਸਿਰਫ ਪ੍ਰਭੂ ਯਿਸੂ ਹੀ ਕਰ ਸਕਦਾ ਹੈ।
That is why he said, ਇਸੇ ਕਰਕੇ ਉਹ ਆਖਦਾ ਹੈ, go into all the world and preach this good news. ਸਾਰੇ ਸੰਸਾਰ ਵਿੱਚ ਜਾਓ ਅਤੇ ਜਾ ਕੇ ਇਸ ਖੁਸ਼ਖਬਰੀ ਦਾ ਪ੍ਰਚਾਰ ਕਰੋ। Liberate the captives. ਗੁਲਾਮਾਂ ਨੂੰ ਆਜ਼ਾਦ ਕਰੋ। Declare the opening of the prison door. ਕੈਦੀਆਂ ਦੇ ਬੰਧਨ ਖੁੱਲਣ ਦਾ ਪ੍ਰਚਾਰ ਕਰੋ। Every young man knows how he struggled. ਹਰ ਜਵਾਨ ਮਨੁੱਖ ਜਾਣਦਾ ਹੈ ਕਿ ਉਹ ਕਿਵੇਂ ਸੰਘਰਸ਼ ਕਰਦਾ ਹੈ। I think many girls are struggling very much today. ਮੈਂ ਸੋਚਦਾ ਹਾਂ ਕਿ ਬਹੁਤ ਸਾਰੀਆਂ ਕੁੜੀਆਂ ਅੱਜ ਸੰਘਰਸ਼ ਕਰ ਰਹੀਆਂ ਹਨ। Struggling against their inner emotion. ਉਹ ਆਪਣੀਆਂ ਅੰਦਰੂਨੀ ਭਾਵਨਾ ਦੇ ਕਾਰਨ ਸੰਘਰਸ਼ ਕਰ ਰਹੀਆਂ ਹਨ। You see, sometimes the hormonal changes inflame people with lust. ਕਈ ਵਾਰੀ ਹਾਰਮੋਨ ਦਾ ਬਦਲਾਵ ਜਿਹੜੇ ਲੋਕਾਂ ਨੂੰ ਕਾਮਨਾ ਦੇ ਨਾਲ ਭਰ ਦਿੰਦੇ ਹਨ। And then the pornographic which is everywhere, ਅਤੇ ਫਿਰ ਗੰਦੀਆਂ ਤਸਵੀਰਾਂ ਜੋ ਕਿ ਹਰ ਜਗ੍ਹਾ ਹੁੰਦੀਆਂ ਹਨ ਉਸ ਨੂੰ ਵੇਖਣਾ ਸ਼ੁਰੂ ਕਰਦੇ ਹਨ। of which the television is so full, ਅਤੇ ਟੈਲੀਵਿਜ਼ਨ ਵੀ ਇਸ ਨਾਲ ਭਰਿਆ ਹੁੰਦਾ ਹੈ। and modern society is so full. ਅਤੇ ਆਧੁਨਿਕ ਸਮਾਜ ਵੀ ਇਸ ਨਾਲ ਭਰਿਆ ਹੋਇਆ ਹੈ। And what are the emotions that are coming out? ਅਤੇ ਫਿਰ ਕਿਹੜੀਆਂ ਭਾਵਨਾਵਾਂ ਆਉਂਦੀਆਂ ਹਨ? I can't control my body. ਮੈਂ ਆਪਣੇ ਸਰੀਰ ਤੇ ਨਿਯੰਤਰਣ ਨਹੀਂ ਕਰ ਸਕਦਾ How ਹਾਂ। can I be a righteous man? ਕਿਵੇਂ ਮੈਂ ਧਰਮੀ ਵਿਅਕਤੀ ਬਣ ਸਕਦਾ ਹਾਂ? Who will deliver me from the body of this death? ਮੈਨੂੰ ਇਸ ਮੌਤ ਦੇ ਸਰੀਰ ਤੋਂ ਕੌਣ ਛੁਡਾਵੇਗਾ? My dear people, ਮੇਰੇ ਪਿਆਰੇ ਮਿੱਤਰੋ, there is the Savior who died for you on the cross. ਇੱਥੇ ਇੱਕ ਮੁਕਤੀਦਾਤਾ ਹੈ ਜਿਹੜਾ ਤੁਹਾਡੇ ਲਈ ਸਲੀਬ ਤੇ ਮਰ He ਗਿਆ। gives you that freedom. ਉਹ ਤੁਹਾਨੂੰ ਉਹ ਆਜ਼ਾਦੀ ਦਿੰਦਾ ਹੈ। You know, I suffered. ਮੈਂ ਦੁੱਖ ਸਹਿੰਦਾ ਹਾਂ। I suffered that slavery. ਮੈਂ ਉਸ ਗੁਲਾਮੀ ਦਾ ਦੁੱਖ ਸਹਿੰਦਾ ਹਾਂ। The lusts of the eye, the lusts of the flesh. ਉਹ ਨੇਤਰਾਂ ਦੀ ਕਾਮਨਾ, ਸਰੀਰ ਦੀ ਕਾਮਨਾ। Oh, I suffered. ਮੈਂ ਦੁੱਖ ਸਹਿੰਦਾ ਹਾਂ। But where did I find freedom? ਪਰ ਮੈਨੂੰ ਕਿੱਥੋਂ ਆਜ਼ਾਦੀ ਮਿਲਦੀ ਹੈ? I went to Jesus. ਮੈਂ ਯਿਸੂ ਦੇ ਕੋਲ ਗਿਆ। I went to the cross of Jesus. ਮੈਂ ਯਿਸੂ ਦੀ ਸਲੀਬ ਦੇ ਕੋਲ ਗਿਆ। There he took your sin and your nature ਇੱਥੇ ਉਸਨੇ ਤੁਹਾਡੇ ਪਾਪ ਅਤੇ ਸੁਭਾਅ ਨੂੰ ਚੁੱਕ ਲਿਆ ਸੀ to set upon his sinless body, ਤਾਂ ਕਿ ਉਸ ਨੂੰ ਆਪਣੇ ਪਾਪ ਰਹਿਤ ਸਰੀਰ ਤੇ ਚੁੱਕ to ਲਵੇ, set you free. ਤਾਂ ਕਿ ਤੁਹਾਨੂੰ ਆਜ਼ਾਦ ਕਰ ਸਕੇ। So, ਇਸ ਲਈ when we come to Isaiah 54 ਜਦੋਂ ਅਸੀਂ ਯਸ਼ਾਇਆ 54 ਅਧਿਆਇ ਤੇ ਆਉਂਦੇ ਹਾਂ and the 14th verse, ਅਤੇ ਉਸ ਦੀ 14 ਆਇਤ ਨੂੰ ਪੜ੍ਹਦੇ ਹਾਂ, what does it say? ਇਹ ਕੀ ਆਖਦੀ ਹੈ? It says, ਇਹ ਆਖਦੀ ਹੈ, in righteousness ਤੂੰ ਧਰਮ ਵਿੱਚ shall thou be established. ਕਾਇਮ ਰਹੇਂਗੀ। Thou shalt be far from oppression. ਅਤੇ ਜ਼ੁਲਮ ਤੋਂ ਦੂਰ ਰਹੇਂਗੀ। Those inner fightings will cease. ਇਸ ਲਈ ਤੂੰ ਨਾ ਡਰੀ। Some people think, ਕੁਝ ਲੋਕ ਸੋਚਦੇ ਹਨ, oh, if I get married, I'll be free from all this. ਜੇਕਰ ਮੇਰਾ ਵਿਆਹ ਹੋ ਜਾਏ ਤਾਂ ਮੈਂ ਇਸ ਤੋਂ ਆਜ਼ਾਦ ਹੋ No, ਜਾਵਾਂਗਾ। my dear friend, ਨਹੀਂ ਮੇਰੇ ਪਿਆਰੇ ਮਿੱਤਰੋ, not at all. ਬਿਲਕੁਲ ਵੀ ਨਹੀਂ। A harlot heart is a harlot heart. ਇੱਕ ਵੇਸ਼ਿਆ ਦਾ ਦਿਲ ਤਾਂ ਵੇਸ਼ਿਆ ਦਾ ਦਿਲ ਹੀ ਰਹਿੰਦਾ ਹੈ। Only at the cross of Jesus you will be free. ਸਿਰਫ ਪ੍ਰਭੂ ਯਿਸੂ ਦੀ ਸਲੀਬ ਤੇ ਹੀ ਤੁਸੀਂ ਆਜ਼ਾਦ ਹੋਵੋਗੇ। An adulterous heart is an adulterous heart. ਇੱਕ ਵਿਭਾਚਾਰੀ ਦਿਲ ਤਾਂ ਵਿਭਾਚਾਰੀ ਦਿਲ ਹੀ ਰਹਿੰਦਾ You ਹੈ। may marry the most beautiful girl in the whole world. ਹੋ ਸਕਦਾ ਤੁਸੀਂ ਪੂਰੇ ਸੰਸਾਰ ਦੀ ਸਭ ਤੋਂ ਸੋਹਣੀ ਇਸਤਰੀ ਬਣਾ ਲਓ, ਪਰ That will not free you. ਉਹ ਤੁਹਾਨੂੰ ਆਜ਼ਾਦ ਨਹੀਂ ਕਰੇਗਾ। That freedom, that deliverance comes only at the Savior's cross. ਉਹ ਆਜ਼ਾਦੀ ਅਤੇ ਛੁਟਕਾਰਾ ਸਿਰਫ ਮੁਕਤੀਦਾਤੀ ਦੀ ਸਲੀਬ ਤੇ ਹੀ ਮਿਲਦਾ ਹੈ। Lord, ਪ੍ਰਭੂ, won't you establish your righteousness in me? ਆਪਣੇ ਧਰਮ ਨੂੰ ਮੇਰੇ ਅੰਦਰ ਕਾਇਮ ਕਰ। Am I never going to have pure thought? ਕਿ ਕਦੇ ਵੀ ਮੇਰੇ ਕੋਲ ਸ਼ੁੱਧ ਵਿਚਾਰ ਨਹੀਂ ਹੋਣਗੇ? Oh, the tragedy today. ਉਹ ਅੱਜ ਦੀ ਕਿੰਨੀ ਦੁਖਦਾਇਕ ਗੱਲ ਹੈ। Even little children are being corrupted. ਇੱਥੋਂ ਤੱਕ ਕਿ ਛੋਟੇ ਛੋਟੇ ਬੱਚੇ ਵੀ ਭ੍ਰਿਸ਼ਟ ਹੋ ਰਹੇ ਹਨ। Parents,
ਮਾਤਾ ਪਿਤਾ please, I beg you, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, don't corrupt your little children ਆਪਣੇ ਛੋਟੇ ਬੱਚਿਆਂ ਨੂੰ ਭ੍ਰਿਸ਼ਟ ਨਾ ਕਰੋ in your own house. ਆਪਣੇ ਹੀ ਘਰਾਂ ਦੇ ਵਿੱਚ। Let them not see sights which they will never forget. ਉਹ ਅਜਿਹੀ ਸਾਈਟ ਨਾ ਵੇਖਣ ਜਿਨ੍ਹਾਂ ਨੂੰ ਉਹ ਕਦੇ ਭੁੱਲਣਗੇ ਨਹੀਂ। Father, ਪਿਤਾਓ, you have no right to set before your sons and daughters ਤੁਹਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਸਾਹਮਣੇ ਰੱਖੋ sites promiscuity. ਅਜਿਹੀਆਂ ਸਾਈਟਾਂ ਉਹਨਾਂ ਸਾਹਮਣੇ ਖੋਲੋ ਜਿਹੜੀਆਂ ਕਿ ਗੰਦੀਆਂ ਤਸਵੀਰਾਂ ਨਾਲ ਭਰੀਆਂ ਹੋਈਆਂ ਹਨ। To destroy the innocence of your children. ਆਪਣੇ ਬੱਚਿਆਂ ਦੀ ਨਿਰਦੋਸ਼ਤਾ ਨੂੰ ਖਤਮ ਨਾ ਕਰੋ। Yes, that is the tragedy today. ਵੇਖੋ ਅੱਜ ਦੀ ਇਹ ਦੁਖਦਾਇਕ ਗੱਲ ਹੈ। Today our children are being corrupted in our very house. ਅੱਜ ਸਾਡੇ ਬੱਚੇ ਹਰ ਘਰ ਦੇ ਵਿੱਚ ਭ੍ਰਿਸ਼ਟ ਹੋ ਰਹੇ ਹਨ। Why? ਕਿਉਂ? No purity in the mother, no purity in the father. ਕਿਉਂਕਿ ਨਾ ਤਾਂ ਮਾਂ ਦੇ ਵਿੱਚ ਨਾ ਪਿਓ ਦੇ ਵਿੱਚ ਹੀ ਵੀ ਸ਼ੁੱਧਤਾ ਹੈ। But what does God say? ਪਰ ਪਰਮੇਸ਼ਵਰ ਕੀ ਆਖਦਾ ਹੈ? You will be established in righteousness ਤੂੰ ਧਰਮ ਦੇ ਵਿੱਚ ਕਾਇਮ ਹੋਵੇਂਗੀ and be far from oppression. ਅਤੇ ਜ਼ੁਲਮ ਤੋਂ ਦੂਰ ਰਹੇਂਗੀ। You will not fear, ਤੂੰ ਡਰੇਂਗੀ ਨਹੀਂ and you'll be far from terror, ਅਤੇ ਤੂੰ ਪੈਜਲ ਤੋਂ ਵੀ ਦੂਰ and ਹੋਵੇਂਗੀ, it shall not come near you. ਕਿਉਂ ਜੋ ਉਹ ਤੇਰੇ ਨੇੜੇ ਨਾ ਆਵੇਗਾ। This is the guarantee of God. ਇਹ ਪਰਮੇਸ਼ਵਰ ਦੇ ਵੱਲੋਂ ਗਾਰੰਟੀ ਹੈ। When fear is banished, ਜਦੋਂ ਡਰ ਚਲਾ ਜਾਵੇਗਾ you become 100-fold your person today. ਤੁਸੀਂ 100 ਗੁਣਾ ਸੰਪੂਰਨ ਉਹ ਵਿਅਕਤੀ ਬਣ ਜਾਓਗੇ। When fear is gone, ਜਦੋਂ ਡਰ ਚਲਾ ਜਾਂਦਾ ਹੈ what does God say? ਤਾਂ ਪਰਮੇਸ਼ਵਰ ਕੀ ਆਖਦਾ ਹੈ? Fear shall not come near you. Thou shalt not fear, ਤੂੰ ਨਾ ਡਰ, ਪੈਜਲ ਤੇਰੇ ਨੇੜੇ ਨਹੀਂ ਆਵੇਗਾ, for it shall be far, shall not come near you. ਕਿਉਂਕਿ ਇਹ ਬਿਲਕੁਲ ਵੀ ਤੇਰੇ ਨੇੜੇ ਨਹੀਂ ਆਵੇਗਾ। So, my dear friends, ਇਸ ਲਈ ਮੇਰੇ ਪਿਆਰੇ ਮਿੱਤਰੋ, how beautiful is our ਸਾਡਾ ਮੁਕਤੀ Savior, ਦਾਤਾ ਕਿੰਨਾ ਸੋਹਣਾ ਹੈ, who died for my sins and ਜਿਹੜਾ yours, ਤੁਹਾਡੇ ਅਤੇ ਮੇਰੇ ਪਾਪਾਂ ਦੇ ਲਈ ਮਰ ਗਿਆ, to give us this enduring freedom and ਤਾਂ ਕਿ beauty. ਸਾਨੂੰ ਇਹ ਸਥਾਈ ਆਜ਼ਾਦੀ ਅਤੇ ਸੁਹੱਪਣ ਦੇ ਸਕੇ।